कि मैं बड़ी ਬਲੈਸਡ ਡਾਟਰ ਹੈ ਤੇ ਮੇਰੇ ਫਾਦਰ ਨੇ ਹਰ ਚੀਜ਼ ਮੇਰੇ ਨਾਮ ਕੀਤੀ ਹੋਈ ਹੈ। ਬਹੁਤ ਵੱਡੀ ਗੱਲ ਹੁੰਦੀ ਹੈ ਕਿ ਇੰਨਾ ਟਰਸਟ ਕਰਨਾ ਬੱਚੇ ਤੇ। ਸਿੰਬਾ ਕੋਰਸ ਉਹਦੇ ਵਿੱਚ ਅਸੀਂ ਆਨਲਾਈਨ ਕੋਰਸਿਸ ਸਿਖਾ ਰਹੇ ਹਾਂ, ਵੈਬਸਾਈਟ ਡਿਵੈਲਪਮੈਂਟ ਦੇ, ਸੌਫਟਵੇਅਰ ਡਿਵੈਲਪਮੈਂਟ ਦੇ, ਡਿਜੀਟਲ ਮਾਰਕੀਟਿੰਗ ਦੇ, ਜੋ ਵੀ ਅਸੀਂ ਇੱਕ ਆਈਟੀ ਕੰਪਨੀ 'ਚ ਕਰਦੇ ਹਾਂ ਜਿਹਦੇ ਨਾਲ ਆਈਟੀ ਦੀ ਜੌਬ ਜਨਰੇਟ ਹੋ ਸਕਦੀ ਆ। ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਆ ਅੰਮ੍ਰਿਤਸਰ ਸਿਟੀ, ਬਠਿੰਡਾ, ਮੁਕਤਸਰ, ਫਰੀਦਕੋਟ, ਅੱਗੇ ਤੁਸੀਂ 1 ਸਾਲ ਦੇ ਵਿੱਚ ਦੇਖੋਗੇ ਕਿ ਇਹ ਵਾਲੇ ਅਸੀਂ ਜਿਹੜੇ ਆ ਲੋਕੇਸ਼ਨਸ ਜਿਹੜੀਆਂ ਉਹ ਅਸੀਂ ਐਕਟਿਵ ਕਰਾਂਗੇ। ਰਾਹਾਂ 'ਚ ਮੁਸ਼ਕਿਲਾਂ ਤਾਂ ਬਹੁਤ ਆਉਂਦੀਆਂ ਨੇ, ਪਰ ਉਹਨਾਂ ਮੁਸ਼ਕਿਲਾਂ ਅੱਗੇ ਜੋ ਝੁਕਦਾ ਨਹੀਂ, ਜੋ ਰੁਕਦਾ ਨਹੀਂ, ਉਹੀ ਜ਼ਿੰਦਗੀ 'ਚ ਹਾਸਿਲ ਕਰਦਾ ਹੈ ਜੀ ਖਾਸ ਮੁਕਾਮ। ਤੇ ਜਿਹੜੀਆਂ ਸ਼ਖਸੀਅਤਾਂ ਇਸ ਖਾਸ ਮੁਕਾਮ ਨੂੰ ਹਾਸਿਲ ਕਰਦੀਆਂ ਨੇ ਉਹਨਾਂ ਨਾਲ ਕਰਵਾਉਂਦੇ ਹਾਂ ਅਸੀਂ ਖਾਸ ਗੱਲਬਾਤ ਸਾਡੇ ਸ਼ੋਅ ਜ਼ਿੰਦਗੀ ਦੇ ਅਨਪੜ੍ਹੇ ਪੰਨੇ ਵਿੱਚ। ਤੇ ਮੇਰੇ ਯਾਨੀ ਕਿ ਅਕਸ਼ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ ਤੇ ਸਤਿ ਸ਼੍ਰੀ ਅਕਾਲ। ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਤੁਹਾਨੂੰ ਉਸ ਸ਼ਖਸੀਅਤ ਨਾਲ ਮਿਲਾਉਣ ਜਾ ਰਹੀ ਹਾਂ ਜਿਨ੍ਹਾਂ ਨੇ ਅਮਰੀਕਾ ਵਰਗੇ ਦੇਸ਼ ਨੂੰ ਛੱਡ ਕੇ ਆਪਣੇ ਹੀ ਪਿੰਡ ਵਿੱਚ ਆਈਟੀ ਸੈਕਟਰ 'ਚ ਮਲਟੀਨੈਸ਼ਨਲ ਕੰਪਨੀ ਦੀ ਸ਼ੁਰੂਆਤ ਕਰਕੇ ਇੱਕ ਮਿਸਾਲ ਕਾਇਮ ਕੀਤੀ, ਜਿਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ, ਜੋ ਆਪਣੇ ਬਿਜ਼ਨਸ ਦੇ ਨਾਲ-ਨਾਲ ਇੱਕ ਸੋਸ਼ਲ ਵਰਕਰ ਵੀ ਨੇ। ਅੱਜ ਸਾਡੇ ਨਾਲ ਜੁੜੇ ਨੇ ਮਨਦੀਪ ਕੌਰ ਟਾਂਗਰਾ। ਆਓ ਜਾਣਦੇ ਹਾਂ ਉਹਨਾਂ ਦੇ ਜ਼ਿੰਦਗੀ ਦੇ ਅਨਪੜ੍ਹੇ ਪੰਨੇ। ਸਤਿ ਸ਼੍ਰੀ ਅਕਾਲ ਮੈਮ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸ਼ੋਅ ਜ਼ਿੰਦਗੀ ਦੇ ਅਨਪੜ੍ਹੇ ਪੰਨੇ ਦੇ ਵਿੱਚ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸੋ ਸਭ ਤੋਂ ਪਹਿਲਾਂ ਮੈਮ ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਜਿਹੜੇ ਬਿਜ਼ਨਸ ਸ਼ਹਿਰੀ ਇਲਾਕਿਆਂ ਦੇ ਵਿੱਚ ਹੁੰਦੇ ਨੇ, ਅੱਜ ਤੁਸੀਂ ਉਹ ਬਿਜ਼ਨਸ ਆਪਣੇ ਪਿੰਡ ਦੇ ਵਿੱਚ ਕਰ ਰਹੇ ਹੋ। ਕਿੱਦਾਂ ਇਸ ਚੀਜ਼ ਨੂੰ ਕਰਨ ਦਾ ਖਿਆਲ ਤੁਹਾਨੂੰ ਆਇਆ? ਕਿੱਦਾਂ ਇਹ ਸਭ ਕੁਝ ਇੱਕ ਪਿੰਡ ਦੇ ਵਿੱਚ ਪੋਸੀਬਲ ਹੋਇਆ? ਜਦੋਂ ਮੈਂ ਦੇਖਿਆ ਕਿ ਵੈਨ ਆਈ ਵਾਜ਼ ਸਟੱਡਿੰਗ, ਜਦੋਂ ਮੈਂ ਪੜ੍ਹਾਈ ਕਰ ਰਹੀ ਸੀ ਤੇ ਇੱਕ ਛੋਟੇ ਜਿਹੇ ਪਿੰਡ ਤੋਂ ਰੋਜ਼ ਯੂਨੀਵਰਸਿਟੀ ਜਾ ਕੇ ਤੇ ਅਸੀਂ ਆਪਣੇ ਤੋਂ ਬੈਟਰ ਬੱਚਿਆਂ ਨਾਲ ਕੰਪੀਟ ਕਰਦੇ ਸੀ। ਤੇ ਕੰਪੀਟ ਕਰਦੇ ਕਰਦੇ 5 ਇਅਰਸ ਦੇ ਵਿੱਚ ਮੈਂ ਆਪਣੀ ਸਟੱਡੀਜ਼ ਦੇ ਵਿੱਚ 5 ਸਾਲਾਂ ਦੀ ਡਿਗਰੀ 'ਚ ਟੌਪ ਕੀਤਾ। ਤੇ ਮੈਨੂੰ ਉਦੋਂ ਲੱਗਾ ਕਿ ਇੱਕ ਛੋਟੇ ਜਿਹੇ ਪਿੰਡ ਵਿੱਚ ਵੀ ਬੜਾ ਟੈਲੈਂਟ ਹੁੰਦਾ ਹੈ ਕਿ ਇੰਨੀ ਵੱਡੀ ਯੂਨੀਵਰਸਿਟੀ ਜਾਂ ਇੰਨੇ ਜ਼ਿਆਦਾ ਕੰਪੀਟੀਟਰਸ ਦੇ ਨਾਲ ਤੁਸੀਂ ਜਿਹੜਾ ਵਾ ਫਸਟ ਵੀ ਆ ਸਕਦੇ ਹੋ। ਸੋ ਉਹ ਖੁਦ ਹੀ ਮੈਂ ਆਪਣੇ ਆਪ ਲਈ ਬੜੀ ਇਨਸਪੀਰੇਸ਼ਨ ਬਣ ਗਈ ਕਿ ਮੈਨੂੰ ਲੱਗਾ ਕਿ ਜੇ ਇੱਕ ਮਨਦੀਪ ਕੌਰ ਟਾਂਗਰਾ ਹੋ ਸਕਦੀ ਹੈ ਤੇ ਪਿੰਡ ਵਿੱਚ ਹੋਰ ਵੀ ਬਹੁਤ ਜਿਹੜੀਆਂ ਹੋ ਸਕਦੀਆਂ। ਸੋ ਬਸ ਪ੍ਰੋਬਲਮ ਇੱਥੇ ਹੈ ਕਿ ਅਸੀਂ ਜਿੰਨੀ ਅਰਨਿੰਗ ਜਿਹੜੀ ਆ ਉਹ ਪਿੰਡ ਵਿੱਚ ਰਹਿ ਕੇ ਕਰਨਾ ਚਾਹੁੰਦੇ ਹਾਂ ਐਜ਼ ਅ ਐਜੂਕੇਟਿਡ ਯੂਥ, ਉਹ ਸਾਨੂੰ ਜਿਹੜੀ ਆ ਉੱਦਾਂ ਦੇ ਨਹੀਂ, ਸਾਡੇ ਕੋਲ ਉੱਦਾਂ ਦੀਆਂ ਕੰਪਨੀਜ਼ ਨਹੀਂ ਹੈਗੀਆਂ, ਉੱਦਾਂ ਦੀਆਂ ਆਰਗੇਨਾਈਜੇਸ਼ਨ ਸਾਡੇ ਕੋਲ ਲੋਕਲੀ ਅਵੇਲੇਬਲ ਨਹੀਂ। ਸੋ ਮੈਨੂੰ ਲੱਗਾ ਕਿ ਮੇਰੇ ਵਰਗਾ ਟੈਲੈਂਟ ਜਿਹੜਾ ਵਾ ਉਹ ਬਾਹਰ ਨਹੀਂ ਜਾਣਾ ਚਾਹੀਦਾ। ਸੋ ਇੱਥੇ ਜਿਹੜੀ ਇੱਕ ਅੱਧੀ ਕੋਈ ਰੇਅਰ ਜੌਬਸ ਆਪਾਂ ਕਹਿ ਸਕਦੇ ਹਾਂ ਪੰਜਾਬ ਦੇ ਵਿੱਚ, ਵੈਨ ਆਈ ਵਾਜ਼ ਇਨ ਮਾਈ MBA ਤੇ ਉਦੋਂ ਹੀ ਮੈਂ ਜੌਬ ਲੱਭਣੀ ਸ਼ੁਰੂ ਕਰਤੀ ਤੇ ਮੈਨੂੰ ਅੱਛੀ ਜੌਬ ਜਿਹੜੀ ਆ ਲੋਕਲੀ ਮਿਲ ਗਈ। ਪਰ ਇਹ ਮੈਨੂੰ ਪਤਾ ਕਿ ਉਸ ਤਰ੍ਹਾਂ ਦੀਆਂ ਜੌਬਸ ਬੜੀਆਂ ਘੱਟ ਹੁੰਦੀਆਂ। ਜਦੋਂ ਮੈਂ ਆਪਣੀ ਲਾਸਟ ਜੌਬ ਛੱਡੀ ਤੇ ਮੈਂ ਵੀ 2011 ਦੇ ਵਿੱਚ ਆਲਮੋਸਟ 50,000 ਜਿਹੜਾ ਉਹ ਮੈਂ ਲੈ ਰਹੀ ਸੀ। ਪਰ ਇੱਕ ਜਣਾ 50,000 ਲੈ ਰਿਹਾ, ਪਰ ਮੇਰੇ ਵਰਗੇ ਤੇ ਬਹੁਤ ਹੀ ਸਾਰੇ ਲੋਕ ਜਿਹੜੇ ਮੇਰੇ ਪਿੰਡ ਵਿੱਚ ਹੋਣਗੇ। ਸੋ ਉਹ ਕੀ ਕਰਨਗੇ? ਸੋ ਉਹੀ ਚੀਜ਼ ਮੇਰੇ ਲਈ ਇਨਸਪੀਰੇਸ਼ਨ ਬਣੀ ਕਿ ਜੇ ਛੋਟੇ ਜਿਹੇ ਪਿੰਡ ਤੋਂ ਅਸੀਂ ਯੂਨੀਵਰਸਿਟੀ ਟੌਪਰ ਬਣ ਸਕਦੇ ਹਾਂ ਤੇ ਛੋਟੇ ਜਿਹੇ ਪਿੰਡ ਦੇ ਵਿੱਚ ਅਸੀਂ ਇਹੋ ਜਿਹੀ ਮਿਸਾਲ ਵੀ ਕਾਇਮ ਕਰ ਸਕਦੇ ਹਾਂ ਕਿ ਅਸੀਂ ਹੋਰਨਾਂ ਬੱਚਿਆਂ ਲਈ ਵੀ ਅੱਛੀਆਂ ਜੌਬਸ ਜਨਰੇਟ ਕਰਨ ਵਾਲੀਆਂ ਜਿਹੜੀਆਂ ਉਹ ਕੰਪਨੀਜ਼ ਹੀ ਬਣਾਈਏ ਤੇ ਸਾਡੇ ਜਿਹੜੇ ਚੰਗੇ ਬੱਚੇ ਆ ਉਹ ਪਿੰਡਾਂ ਦੇ ਪਿੰਡ ਵਿੱਚ ਹੀ ਰਹਿ ਜਾਣ ਜਾਂ ਪੰਜਾਬ ਦੇ ਵਿੱਚ ਹੀ ਜਿਹੜਾ ਉਹ ਰਹਿ ਜਾਣ। ਸੋ ਉਹਨਾਂ ਬੱਚਿਆਂ ਲਈ ਓਪਰਚੁਨਿਟੀ ਕ੍ਰੀਏਟ ਕਰਨ ਲਈ ਮੈਂ ਇਹ ਸੈਟਅਪ ਜਿਹੜਾ ਉਹ ਪਿੰਡ ਵਿੱਚ ਕੀਤਾ, ਜਿਹੜਾ ਕਿ ਅੱਜ ਇੱਕ ਮਿਸਾਲ ਬਣਿਆ ਕਿ 130 ਬੱਚੇ ਜਿਹੜੇ ਆ ਉਹ ਇੱਥੇ ਇੱਕ ਪੇਂਡੂ ਇਲਾਕੇ ਦੇ ਵਿੱਚ, ਪੰਜਾਬ ਦੀ ਇਹ ਪਹਿਲੀ ਆਈਟੀ ਕੰਪਨੀ ਬਣ ਗਈ ਜਿਹੜੀ ਕਿ ਇੱਕ ਪੇਂਡੂ ਇਲਾਕੇ ਦੇ ਵਿੱਚ ਹੈਗੀ ਆ ਤੇ 130 ਪਲੱਸ ਬੱਚੇ ਇੱਥੇ ਜਿਹੜੇ ਆ ਉਹ ਕੰਮ ਕਰ ਰਹੇ ਨੇ ਤੇ ਬੜਾ ਸਕਸੈਸਫੁਲੀ ਕੰਮ ਕਰ ਰਹੇ। ਮਨਦੀਪ ਜੀ, ਮੈਂ ਤੁਹਾਨੂੰ ਅਗਲਾ ਸਵਾਲ ਇਹ ਪੁੱਛਾਂਗੀ ਕਿ ਜਿਹੜੇ EMPLOYEES ਤੁਹਾਡੇ ਨਾਲ ਇੱਥੇ ਕੰਮ ਕਰਦੇ ਨੇ ਉਹ ਪਿੰਡ ਦੇ ਨੇ ਕਿ ਸ਼ਹਿਰਾਂ ਤੋਂ ਵੀ ਲੋਕ ਚੱਲ ਕੇ ਆ ਕੇ ਤੁਹਾਡੇ ਨਾਲ ਕੰਮ ਕਰਦੇ ਨੇ? ਹਾਂਜੀ, ਸੋ ਇਸ ਨੂੰ ਅਸੀਂ ਜਿਹੜਾ 3-4 ਤਰੀਕੇ ਨਾਲ ਅਸੀਂ ਦੇਖ ਸਕਦੇ ਹਾਂ ਕਿ 25% ਆਫ ਦੀ EMPLOYEES ਜਿਹੜੇ ਆ ਉਹ ਸਾਡੇ ਵਿਦਿਨ 15 ਕਿਲੋਮੀਟਰਸ ਹੋਣੇ ਚਾਹੀਦੇ ਆ। ਸੋ ਇਹ ਤੇ ਸਾਡੀ ਕੰਪਨੀ ਪੋਲਿਸੀ ਹੈਗੀ ਹੈ ਕਿ ਅਸੀਂ 25% ਲੋਕ ਜਿਹੜੇ ਆ ਉਹ 15 ਕਿਲੋਮੀਟਰ ਦੇ ਘੇਰੇ 'ਚ ਹੀ ਲੈਣੇ ਆ, ਕਿਉਂਕਿ ਜੇ ਅਸੀਂ ਇੱਥੇ ਉਹੀ IIT IIM ਕਾਲਜਿਸ ਵਾਂਗੂ
ਕਿ ਪੰਜਾਬ 'ਚ ਕਾਲਜ ਬਣਾ ਕੇ ਤੇ 2 ਹੀ ਬੱਚੇ ਪੰਜਾਬ ਦੇ ਪੜ੍ਹ ਰਹੇ ਆ ਰਾਈਟ, ਉਹਦਾ ਕੋਈ ਫਿਰ ਫਾਇਦਾ ਨਹੀਂ, ਸੀ ਲੋਕਲੀ ਸਪੋਰਟ ਨਹੀਂ ਕਰਦੇ। ਸੋ ਕੰਪਨੀ ਦੀ ਪਾਲਿਸੀ ਹੈ ਕਿ 25% ਲੋਕ ਜਿਹੜੇ ਆ ਉਹ ਵਿਦਿਨ ਜਿਹੜੇ ਆ ਉਹ ਸਾਡੇ ਘੇਰੇ ਦੇ ਵਿੱਚ ਹੀ ਹੋਣਗੇ, ਜਿਹੜੇ ਪਿੰਡ ਉਹਦੇ ਵਿੱਚ ਆਉਂਦੇ ਨੇ, ਤੇ 60% ਬੱਚੇ ਜਿਹੜੇ ਆ ਉਹ ਪੰਜਾਬ 'ਚੋਂ ਹੀ ਹੋਣਗੇ। ਸੋ ਜਦੋਂ ਇਹ ਕੰਪਨੀ ਸਪੋਜ਼ ਰਾਜਸਥਾਨ ਖੁੱਲੇਗੀ ਸੇਮ ਤਰ੍ਹਾਂ ਦੀ ਕੰਪਨੀ, ਉਦੋਂ 60% ਲੋਕ ਰਾਜਸਥਾਨ ਦੇ ਹੋਣਗੇ ਤੇ 25% ਉਸ 15 ਕਿਲੋਮੀਟਰ ਦੇ ਘੇਰੇ ਦੇ ਵਿੱਚ ਹੋਣਗੇ, ਤਾਂ ਕਿ ਲੋਕਲ ਜੌਬਸ ਜਿਹੜੀਆਂ ਜਨਰੇਟ ਕਰ ਸਕੀਏ। ਸੋ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਇਹ ਸਾਂਝਾ ਕਰਦੇ ਹੋਏ ਕਿ ਨਾਰਮਲੀ ਲੋਕ ਪਿੰਡਾਂ ਤੋਂ ਸ਼ਹਿਰ ਜਾਂਦੇ ਨੇ ਜੀ। ਸੋ ਇੱਕ ਅਜਿਹੀ ਕੰਪਨੀ ਹੈ ਕਿ ਜਿੱਥੇ ਸ਼ਹਿਰਾਂ ਤੋਂ ਲੋਕ ਜਿਹੜੇ ਆ ਉਹ ਪਿੰਡ ਕੰਮ ਕਰਨ ਆਉਂਦੇ ਨੇ। ਸਾਡੀ ਇੱਕ ਬੱਸ ਆ ਜਿਹੜੀ ਬੱਚਿਆਂ ਨੂੰ ਅੰਮ੍ਰਿਤਸਰ ਸਿਟੀ ਤੋਂ ਆਲਮੋਸਟ 35 ਬੱਚੇ ਜਿਹੜੇ ਆ ਉਹਦੇ ਵਿੱਚ ਬੈਠ ਕੇ ਰੋਜ਼ ਪਿੰਡ ਜਿਹੜੀ ਆ ਉਹ ਜੌਬ ਕਰਨ ਆ ਰਹੇ ਨੇ। ਸੋ ਤੇ ਆਲ ਓਵਰ ਇੰਡੀਆ ਤੋਂ ਵੀ ਸਾਡੇ ਕੋਲ ਜਿਹੜਾ ਵਾ ਉਹ ਟੈਲੈਂਟ ਹੈਗਾ, ਪਰ 60% ਜਿਹੜੀ ਆ ਉਹ ਕੰਪਨੀ ਜਿਹੜੀ ਪੂਰੀ ਉਹ ਪੰਜਾਬ ਤੇ ਹੀ ਫੋਕਸਡ ਆ। ਬਟ ਸਟਿਲ ਜੇ ਸਾਡੀ ਕੰਪਨੀ 'ਚ ਦੇਖੀ ਜਾਏ ਤੇ 80% ਅਬਵ ਬੱਚੇ ਪੰਜਾਬ ਤੋਂ ਹੀ। ਤੇ ਜਿਹੜੇ ਮੈਮ ਤੁਹਾਡੇ EMPLOYEES ਨੇ ਉਹ ਕੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਸਾਡੇ ਦਰਸ਼ਕਾਂ ਨੂੰ ਦੱਸ ਦਿਓ। ਹਾਂਜੀ, ਸੋ ਸਾਡੀ ਇੱਕ ਗਲੋਬਲ ਅਪਰੋਚ ਆ ਰਾਈਟ। ਸੋ ਅਕਸਰ ਮੈਂ ਇਹਨੂੰ ਕਹਿੰਦੀ ਕਿ ਰੂਰਲ ਪੈਸ਼ਨ ਟੂ ਸਿਟੀ ਗਲੈਮਰ ਰਾਈਟ। ਸਾਡਾ ਅੰਦਰੋਂ ਅਸੀਂ ਇੱਕ ਰੂਰਲ ਲੋਕੇਸ਼ਨ ਨੂੰ ਬਿਲੋਂਗ ਕਰਦੇ ਆ, ਸਾਡੇ 'ਚ ਪੈਸ਼ਨ ਆ ਰਾਈਟ, ਪਰ ਇਸ ਤਰ੍ਹਾਂ ਦੇ ਅਸੀਂ ਬੱਚੇ ਨਹੀਂ ਕਿ ਸਾਨੂੰ ਪਤਾ ਨਹੀਂ ਕਿ ਸਿਟੀ 'ਚ ਕੀ ਚੱਲ ਰਿਹਾ ਰਾਈਟ। ਸੋ ਰਾਈਟ ਫਰੋਮ ਆਰ ਵਿਲੇਜ ਵੀ ਆਰ ਸਰਵਿੰਗ ਗਲੋਬਲੀ। ਸਾਡੇ ਕੋਲ US, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਹਰ ਬੈਸਟ ਕੰਟਰੀ ਦਾ ਜਿਹੜਾ ਵਾ ਡਿਵੈਲਪ ਕੰਟਰੀ ਦਾ ਜਿਹੜਾ ਸਾਡੇ ਕੋਲ ਅੱਜ ਦੇ ਦਿਨ ਕੰਮ ਆ। ਇਹ ਨਹੀਂ ਕਿ ਇਕੱਲੇ ਸਾਡੇ NRIs ਹੀ ਸਾਨੂੰ ਸਪੋਰਟ ਕਰ ਰਹੇ ਨੇ, ਈਵਨ ਉੱਥੋਂ ਦੇ ਸਿਟੀਜ਼ਨਸ ਵੀ ਸਾਨੂੰ ਜਿਹੜੀ ਆ ਉਹ ਕੋਡਿੰਗ ਵਰਕ ਦਿੰਦੇ ਨੇ, ਮੋਬਾਈਲ ਐਪਸ ਜਿਹੜੀਆਂ ਅਸੀਂ ਬਣਾ ਰਹੇ ਆ ਅਬਰੋਡ ਦਾ ਅਸੀਂ ਮੈਜੋਰਿਟੀ, ਕਿਉਂਕਿ ਬਿਜ਼ਨਸ ਮਾਡਲ ਹੀ ਇਹੀ ਆ ਕਿ ਕੰਮ ਇੱਥੇ ਕਰਨਾ ਹੈ ਪਰ ਕੰਮ ਜਿਹੜਾ ਵਾ ਉਹ ਸਾਡੇ ਕੋਲ ਡਿਫਰੈਂਟ ਕੰਟਰੀਜ਼ ਦਾ ਜਿਹੜਾ ਉਹ ਕੰਮ ਹੋਵੇ। ਸੋ ਇੱਥੇ ਅਸੀਂ ਸੌਫਟਵੇਅਰ ਡਿਵੈਲਪਮੈਂਟ ਕਰ ਰਹੇ ਹਾਂ ਬੇਸਿਕਲੀ, ਜਿਹੜੀ ਕਿ ਸਾਡੀ ਕੋਰ ਵਰਕ ਆ। ਨਾਰਮਲੀ ਇੰਨੀ ਵੱਡੀ ਟੀਮ ਜਿਹੜੀ ਕਿ ਕੋਡਿੰਗ ਕਰ ਰਹੀ ਆ ਉਹ ਰੇਅਰ ਆ ਪਿੰਡਾਂ ਦੇ ਵਿੱਚ। ਸੋ ਉਹੀ ਸਾਡੀ ਜਿਹੜੀ ਆ ਮੇਜਰ ਪਹਿਚਾਣ ਆ। ਸੋ ਆਰ ਪੀਪਲ ਕੈਨ ਕੋਡ ਰਾਈਟ। ਸੋ ਅੱਜ ਕੱਲ੍ਹ ਜਿਵੇਂ ਰਿਐਕਟ ਦਾ ਜ਼ਮਾਨਾ ਵਾ, ਸਾਡੇ ਕੋਲ ਐਕਸਪਰਟੀਜ਼ ਆ ਕਿ ਅਸੀਂ ਰਿਐਕਟ ਕੋਡਿੰਗ ਦੇ ਵਿੱਚ ਐਕਸਪਰਟ ਬਣੇ ਹੋਏ ਆ ਇਸ ਟਾਈਮ, ਤੇ ਸਾਡੇ ਬਹੁਤ ਸਾਰੇ ਬੱਚੇ ਜਿਹੜੇ ਉਹਦੇ 'ਚ ਟ੍ਰੇਨ ਵੀ ਹੋ ਰਹੇ ਨੇ, ਉਹਨਾਂ ਨੇ ਸਿੱਖ ਵੀ ਲਿਆ ਹੈ, 8-8 ਮਹੀਨੇ ਲਗਾ ਕੇ ਉਹ ਸਿੱਖਦੇ ਨੇ। ਐਂਡ ਦੈਨ ਵੀ ਆਰ ਬਿਲਡਿੰਗ ਆਲ ਕਾਈਂਡਸ ਆਫ ਵੈਬਸਾਈਟਸ, ਇੱਕ ਨਾਰਮਲ ਵੈਬਸਾਈਟ ਤੋਂ ਲੈ ਕੇ ਦ ਬੈਸਟ ਆਫ ਦ ਈ-ਕਾਮਰਸ ਵੈਬਸਾਈਟਸ। ਐਂਡ ਵੀ ਹੈਵ ਅ ਡਿਜੀਟਲ ਮਾਰਕੀਟਿੰਗ ਵਿੰਗ। ਅਸੀਂ ਕਿਸੇ ਦੀ ਵੀ ਇੰਡੀਵਿਜੂਅਲ ਮਾਰਕੀਟਿੰਗ ਦੇਖ ਸਕਦੇ ਹਾਂ, ਅਸੀਂ ਬ੍ਰਾਂਡਸ ਦੀ ਮਾਰਕੀਟਿੰਗ ਦੇਖ ਸਕਦੇ ਹਾਂ, ਤੇ ਬਹੁਤ ਸਾਰੇ ਮੇਰੇ ਕਸਟਮਰਸ ਨੂੰ ਵੈਸੇ ਬੜੀ ਹੈਲਪ ਹੋ ਜਾਂਦੀ ਹੈ ਕਿਉਂਕਿ ਓਵਰ 1 ਮਿਲੀਅਨ ਪੀਪਲ ਫੋਲੋ ਮੀ ਆਲਸੋ। ਪਰਸਨਲ ਮੇਰੇ ਖੁਦ ਦੇ ਬਹੁਤ ਫੋਲੋਅਰਸ ਆ, ਤੇ ਜਦੋਂ ਵੀ ਸਾਡੇ ਕਲਾਇੰਟਸ ਸਾਡੇ ਨਾਲ ਟੱਚ ਵਿੱਚ ਆਉਂਦੇ ਆ ਤੇ ਅਸੀਂ ਉਹਨਾਂ ਨੂੰ ਵੀ ਕਈ ਵਾਰੀ ਮੇਰੇ ਪੇਜ ਦੇ ਥਰੂ ਵੀ ਆਪਾਂ ਉਹਨਾਂ ਨੂੰ ਆਡੀਅנס ਦੇ ਰੂਬਰੂ ਕਰਾਉਂਦੇ ਹਾਂ। ਸੋ ਕਸਟਮਰ ਦੀ ਬੜੀ ਹੈਲਪ ਹੋ ਜਾਂਦੀ ਹੈ। ਕੰਟੈਂਟ ਰਾਈਟਿੰਗ ਅਸੀਂ ਕਰਦੇ ਹਾਂ। ਸੋ ਇਸ ਤੋਂ ਇਲਾਵਾ ਮੇਰੇ ਹੋਰ ਵੈਂਚਰਸ ਵੀ ਨੇ, ਜਿਵੇਂ ਸਿੰਬਾ ਕੋਰਸ, ਉਹਦੇ ਵਿੱਚ ਅਸੀਂ ਆਨਲਾਈਨ ਕੋਰਸਿਸ ਸਿਖਾ ਰਹੇ ਹਾਂ, ਵੈਬਸਾਈਟ ਡਿਵੈਲਪਮੈਂਟ ਦੇ, ਸੌਫਟਵੇਅਰ ਡਿਵੈਲਪਮੈਂਟ ਦੇ, ਡਿਜੀਟਲ ਮਾਰਕੀਟਿੰਗ ਦੇ। ਜੋ ਵੀ ਅਸੀਂ ਇੱਕ IT ਕੰਪਨੀ 'ਚ ਕਰਦੇ ਹਾਂ ਜਿਹਦੇ ਨਾਲ IT ਦੀ ਜੌਬ ਜਨਰੇਟ ਹੋ ਸਕਦੀ ਆ, ਉਹ ਸਾਰੇ ਅਸੀਂ ਕੋਰਸਿਸ ਜਿਹੜੇ ਆ ਜਿਹੜੇ ਕਿ ਅਪ ਟੂ 1 ਈਅਰ ਕੋਰਸਿਸ ਹੋ ਜਾਂਦੇ ਆ, ਉਹ ਅਸੀਂ ਸਿਖਾ ਰਹੇ ਹਾਂ। ਤੇ ਸਾਡੇ ਜਿਹੜੇ ਸੈਂਟਰਸ ਆ ਮੋਹਾਲੀ ਆ, ਅੰਮ੍ਰਿਤਸਰ ਆ, ਝਬਾਲ ਆ। ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਆ ਅੰਮ੍ਰਿਤਸਰ ਸਿਟੀ, ਬਠਿੰਡਾ, ਮੁਕਤਸਰ, ਫਰੀਦਕੋਟ, ਅੱਗੇ ਤੁਸੀਂ 1 ਸਾਲ ਦੇ ਵਿੱਚ ਦੇਖੋਗੇ ਕਿ ਇਹ ਵਾਲੇ ਅਸੀਂ ਜਿਹੜੇ ਆ ਲੋਕੇਸ਼ਨਸ ਜਿਹੜੀਆਂ ਉਹ ਅਸੀਂ ਐਕਟਿਵ ਕਰਾਂਗੇ। ਨੈਕਸਟ ਮੈਮ ਮੇਰਾ ਤੁਹਾਨੂੰ ਇੱਕ ਅਹਿਮ ਸਵਾਲ ਹੈ, ਜਦੋਂ ਕੋਈ ਵੂਮਨ ਕਿਸੇ ਵੀ ਫੀਲਡ ਵਿੱਚ ਕੋਈ ਕੰਮ ਕਰਦੀ ਹੈ, ਉਹਦੇ ਪਰਿਵਾਰਿਕ ਮੈਂਬਰਾਂ ਵੱਲੋਂ ਜਾਂ ਉਹਦੇ ਸੋਸਾਇਟੀ ਵੱਲੋਂ ਉਸਨੂੰ ਤਰ੍ਹਾਂ ਦੀਆਂ ਗੱਲਾਂ ਕਰਦੇ, ਤੁਹਾਨੂੰ ਵੀ ਕੋਈ ਆਪਣੇ ਜਦੋਂ ਤੁਸੀਂ ਬਿਜ਼ਨਸ ਸਟਾਰਟ ਕਰਨਾ ਸੀ ਇਹੋ ਜਿਹੀ ਕੋਈ ਪ੍ਰੋਬਲਮ ਫੇਸ ਕਰਨੀ ਪਈ? ਸੋ ਮੇਰੇ ਪੇਰੈਂਟਸ ਤੇ ਬਹੁਤ ਹੀ ਜ਼ਿਆਦਾ ਸਪੋਰਟਿਵ ਆ, ਉਹਨਾਂ ਦੀ ਸਪੋਰਟ ਨਾਲ ਹੀ ਮੈਂ ਇੱਥੋਂ ਤੱਕ ਅੱਜ ਤੱਕ ਆਈ ਹਾਂ। ਤੇ ਬਹੁਤ ਸਾਰੇ ਬੱਚਿਆਂ ਨੂੰ ਇਹ ਚੀਜ਼ ਨਹੀਂ ਮਿਲਦੀ ਰਾਈਟ। ਸੋ ਕਈ ਲੋਕ ਆਪਣੇ ਫੈਮਿਲੀ ਦੇ ਪਿਆਰ ਤੋਂ, ਸਤਿਕਾਰ ਤੋਂ ਵੀ ਵਾਂਝੇ ਰਹਿ ਜਾਂਦੇ ਆ, ਬਟ ਇਸ ਪੱਖੋਂ ਮੈਂ ਹਮੇਸ਼ਾ ਮਹਿਸੂਸ ਕੀਤਾ ਹੈ ਕਿ ਮੈਂ ਬੜੀ ਬਲੈਸਡ ਡਾਟਰ ਆ। ਮੈਨੂੰ ਮੇਰੇ ਪੇਰੈਂਟਸ ਜਿਹੜੇ ਆ ਉਹ 101% ਸਪੋਰਟ ਕਰਦੇ ਆ। ਮੇਰੇ ਫਾਦਰ ਨੇ ਜੋ ਵੀ ਉਹਨਾਂ ਕੋਲ ਥੋੜਾ ਬਹੁਤ ਹੈਗਾ ਸੀ, ਅੱਜ ਵੀ ਮੇਰਾ ਬ੍ਰਦਰ ਮੇਰੇ ਤੋਂ 10 ਸਾਲ ਛੋਟਾ ਹੈ
ਤੇ ਮੇਰੇ ਫਾਦਰ ਨੇ ਹਰ ਚੀਜ਼ ਮੇਰੇ ਨਾਮ ਕੀਤੀ ਹੋਈ ਹੈ, ਠੀਕ ਹੈ। ਸੋ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਇੰਨਾ ਟਰਸਟ ਕਰਨਾ ਬੱਚੇ ਤੇ ਜੋ ਵੀ ਉਹਨਾਂ ਕੋਲ ਨਿਕਸੁਕ ਹੈਗਾ ਮੇਰੇ ਨੂੰ ਦੇਤਾ ਉਹਨਾਂ ਨੇ ਕਿ ਤੁਸੀਂ ਜਿਹੜੀ। ਸੋ ਇਹੀ ਇਸੇ ਤਰ੍ਹਾਂ ਹੀ ਕੋਵਿਡ ਦੇ ਵਿੱਚ ਮੈਂ ਆਪਣੇ ਪਾਪਾ ਦੀ ਆਟਾ ਚੱਕੀ ਆਪਣੇ ਘਰ ਦੇ ਉੱਤੇ ਲੋਨ ਲੈ ਕੇ ਤੇ ਫਿਰ ਮੈਂ ਇਸ ਕੰਪਨੀ ਨੂੰ ਜਿਹੜਾ ਵਾ ਉਹ ਸਰਵਾਈਵ ਕੀਤਾ। ਤੇ ਪੇਰੈਂਟਸ ਵੱਲੋਂ ਮੈਨੂੰ ਬਹੁਤ ਸਪੋਰਟ ਰਹੀ ਆ ਤੇ ਕਿਤੇ ਨਾ ਕਿਤੇ ਪਿੰਡ ਨੂੰ ਵੀ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਵਾ ਕਿਉਂਕਿ ਅਸੀਂ ਇੱਥੇ ਅੱਛੀਆਂ ਜੌਬਸ ਜਨਰੇਟ ਕੀਤੀਆਂ। ਅਸੀਂ 6000 ਸਟਾਈਪੈਂਡ ਤੇ ਬੱਚੇ ਨੂੰ ਰੱਖ ਕੇ ਅੱਜ ਉਹਨੂੰ ਲੱਖ ਰੁਪਇਆ ਸੈਲਰੀ ਦੇ ਰਹੇ ਹਾਂ, ਉਹਨੂੰ 60000 ਦੇ ਰਹੇ ਹਾਂ, ਉਹਨੂੰ 50000 ਦੇ ਰਹੇ ਹਾਂ, ਉਹਨੂੰ 30000 ਦੇ ਰਹੇ ਹਾਂ। ਸੋ ਅਸੀਂ ਉਸ ਬੱਚੇ ਤੇ ਮਿਹਨਤ ਕੀਤੀ ਹੈ ਤੇ ਉਹ ਅੱਜ 30000 ਲੈ ਰਿਹਾ ਜਾਂ 50000 ਲੈ ਰਿਹਾ। ਸੋ ਉਹਨੂੰ ਟੈਕਨੀਕਲ ਸਕਿੱਲ ਜੋ ਕਿ ਉਹਨੇ ਇੱਕ ਥਾਪਰ ਵਰਗੀ ਯੂਨੀਵਰਸਿਟੀ ਇੱਕ ਵਧੀਆ ਟੈਕਨੀਕਲ ਕਾਲਜ 'ਚ ਜਾ ਕੇ ਸਿੱਖਣਾ ਸੀ, ਉਹ ਉਹਨੂੰ ਇੱਥੇ ਹੀ 3-4 ਸਾਲਾਂ 'ਚ ਸਿਖਾ ਕੇ ਤੇ ਉਹਨੂੰ ਉਸ ਕਾਬਿਲ ਬਣਾਇਆ ਕਿ ਉਹ ਅੱਛੀ ਜਿਹੜੀ ਉਹ ਸੈਲਰੀ ਲੈ ਸਕੇ। ਸੋ ਓਵਰਆਲ ਜਿਹੜਾ এনवायरमेंट ਹੈ ਉਹ ਸਪੋਰਟਿਵ ਹੀ ਰਿਹਾ ਮੈਨੂੰ। ਠੀਕ ਹੈ। ਅਗਰ ਮੈਮ ਤੁਹਾਡੀ ਸਟਰਗਲ ਦੀ ਗੱਲ ਕਰੀਏ ਇਸ ਬਿਜ਼ਨਸ ਨੂੰ ਸਟਾਰਟ ਕਰਨ ਲਈ ਤੁਹਾਨੂੰ ਕਿੰਨਾ ਕੁ ਸਟਰਗਲ ਕਰਨਾ ਪਿਆ? ਰਾਈਟ, ਸੋ ਬਿਜ਼ਨਸ ਦੇ ਵਿੱਚ ਇਹ ਹੈ ਕਿ ਚੈਲੰਜਸ ਬਹੁਤ ਹੈਗੇ। ਜਿਵੇਂ ਕਿ ਜਦੋਂ ਮੈਂ ਟਾਂਗਰਾ ਦੇ ਵਿੱਚ ਬਿਜ਼ਨਸ ਸਟਾਰਟ ਕਰਨਾ ਸੀ ਤੇ ਮੈਨੂੰ ਇੰਟਰਨੈਟ ਲਗਵਾਉਣ ਲਈ ਵੀ ਏਅਰਟੈਲ ਨੂੰ ਈਮੇਲ ਕਰਨੀ ਪਈ। ਟੌਪ ਆਫੀਸ਼ੀਅਲਸ ਆਫ ਏਅਰਟੈਲ ਮੈਨੂੰ ਅੱਜ ਵੀ ਜਾਣਦੇ ਆ ਤੇ ਉਹਨਾਂ ਦੇ ਥਰੂ ਮੈਨੂੰ ਯਾਦ ਆ ਕਿ ਮੈਂ 2 Mbps ਇੱਥੇ ਇੰਟਰਨੈਟ ਲਗਵਾਇਆ ਸੀ ਜਿਹੜਾ ਕਿ ਸਾਡੀ ਅੱਜ 100+ ਦੀ ਸਪੀਡ ਤੇ ਚੱਲਦਾ ਆਫਟਰ 10 ਇਅਰਸ। ਤੇ ਕੋਰੀਅਰ ਸਰਵਿਸ ਇੱਥੇ ਕੋਈ ਨਹੀਂ ਸੀ ਹੁੰਦੀ, ਉਹਨੂੰ ਸਟਾਰਟ ਕਰਵਾਇਆ ਇੱਥੇ। ਐਂਡ ਦੈਨ ਲੋਕਾਂ ਨੂੰ ਐਜੂਕੇਟ ਕੀਤਾ ਕਿ ਤੁਸੀਂ ਕੰਪਿਊਟਰ ਸਿੱਖੋ, ਕੰਪਿਊਟਰ ਦੇ ਵਿੱਚ ਵੀ ਤੁਸੀਂ ਜੌਬ ਕਰ ਸਕਦੇ ਹੋ, ਰਾਈਟ। ਸੋ ਲੋਕਾਂ ਨੂੰ ਕਿਤੇ ਨਾ ਕਿਤੇ ਲੱਗਦਾ ਕਿ ਕੀ ਕਰਾਂਗੇ, ਸਾਡਾ ਬੱਚਾ ਕੀ ਕਰਦਾ ਵਾ, ਹੈ ਨਾ, ਕੰਪਿਊਟਰ ਵਾਲੀ ਕੰਪਨੀ 'ਚ ਜਾਂਦਾ ਵਾ ਪਰ ਕਰਦਾ ਕੀ ਆ, ਠੀਕ ਹੈ। ਸੋ ਲੋਕਾਂ ਨੂੰ ਇਹ ਸਮਝਾਉਣਾ ਹੀ ਬੜਾ ਔਖਾ ਕਿ ਉਹ ਸੌਫਟਵੇਅਰਸ ਬਣਾਉਂਦਾ ਵਾ, ਪਿੰਡ ਨੂੰ ਨਹੀਂ ਸਮਝ ਹੈਗੀ ਕਿ ਸੌਫਟਵੇਅਰਸ ਕੀ ਹੁੰਦੇ ਆ। ਸੋ ਉਸ ਪੱਖੋਂ ਅਸੀਂ ਐਜੂਕੇਟ ਕਰਨਾ ਐਜ਼ ਏ ਵੂਮਨ। ਜਿੱਦਾਂ ਹੁਣ ਅਸੀਂ ਬੈਂਕ 'ਚ ਚਲ ਜਾਂਦੇ ਹਾਂ ਤੇ ਸਾਨੂੰ ਬਹੁਤ ਚੈਲੰਜਸ ਆ, ਸਾਰੇ ਤਾਂ ਪੁੱਛਦੇ ਆ ਕਿ ਤੁਹਾਡੇ ਪਾਪਾ ਕੀ ਕਰਦੇ ਆ, ਤੁਹਾਡੇ ਹਸਬੈਂਡ ਕੀ ਕਰਦੇ ਆ, ਤੁਹਾਡਾ ਬ੍ਰਦਰ ਕੀ ਕਰਦਾ ਵਾ, ਜਾਂ ਜਿਹੜਾ ਵੀ ਮੇਲ ਪਾਰਟਨਰ ਤੁਹਾਡਾ ਜਾਂ ਮੇਲ ਬਾਰੇ ਉਹ ਹਮੇਸ਼ਾ ਪੁੱਛਦੇ ਆ। ਇੱਕ ਵੂਮਨ ਦੀ ਕੋਲੈਟਰਲ ਪੁੱਛਦੇ ਆ, ਇੱਕ ਵੂਮਨ ਹੋਣ ਦੇ ਨਾਤੇ ਤੁਹਾਡੇ ਕੋਲ ਕੀ ਆ ਉਹ ਕੁਐਸਚਨ ਕਰਦੇ ਆ। ਤੇ ਸੋ ਤੁਹਾਡੇ ਨੂੰ ਬਹੁਤ ਔਖਾ ਹੋ ਜਾਂਦਾ ਲੋਨ ਲੈਣਾ। ਬਾਕੀ ਸਾਰਾ ਹੀ ਜਿਹੜਾ ਹਰ ਡਿਪਾਰਟਮੈਂਟ ਆ ਇਟ ਇਜ਼ ਮੇਲ ਡੋਮੀਨੇਟਿਡ ਡਿਪਾਰਟਮੈਂਟ ਤੇ ਕੰਮ ਕਰਾਣੇ ਜਿਹੜੇ ਆ ਉਹ ਬੜੇ ਟਫ ਹੋ ਜਾਂਦੇ ਆ। ਸੋ ਅਸੀਂ ਪਹਿਲੇ 8 ਇਅਰਸ ਬੜਾ ਆਰਗੈਨਿਕਲੀ ਗਰੋ ਕੀਤਾ। ਕੋਵਿਡ 'ਚ ਅਸੀਂ ਕਾਫੀ ਸਫਰ ਕੀਤਾ ਬਟ ਲੇਟਰ ਔਨ ਸਾਨੂੰ ਬੈਂਕਸ ਨੇ ਕਾਫੀ ਸਪੋਰਟ ਕੀਤਾ ਜਿਹਦੇ ਨਾਲ ਅਸੀਂ ਹੁਣ ਤੱਕ ਸਰਵਾਈਵ ਕਰ ਪਾਏ ਹਾਂ। ਤੇ ਜਿਹੜਾ ਪੋਜ਼ਿਟਿਵ ਪੱਖ ਆ ਉਹ ਇਹੀ ਰਿਹਾ ਕਿ ਅਸੀਂ ਅੱਜ ਤੱਕ ਗਰੋ ਹੀ ਕੀਤੇ ਆ, ਕਦੀ ਡਾਊਨਫਾਲ ਨਹੀਂ ਸਾਡੇ 'ਚ ਆਇਆ ਬਟ ਚੈਲੰਜਸ ਵੀ ਨਾਲ ਗਰੋ ਕਰੀ ਜਾ ਰਹੇ। ਮੈਮ ਤੁਸੀਂ ਸਮਾਜ ਲਈ ਕੀ ਸੇਵਾ ਨਿਭਾ ਰਹੇ ਹੋ ਉਹ ਸਾਡੇ ਦਰਸ਼ਕਾਂ ਨੂੰ ਦੱਸ ਦਿਓ। ਸੋ ਸੋਸ਼ਲ ਐਕਟੀਵਿਟੀਜ਼ ਦੇ ਵਿੱਚ ਅਸੀਂ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ ਜੋ ਸਾਡੀ ਕੰਪਨੀ ਦੇ ਅੰਡਰ ਵਿੰਗ ਹੈਗਾ ਉਹ 100% ਸਾਡੀ ਜਿਹੜੀ ਆ ਆਰਗੇਨਾਈਜੇਸ਼ਨ ਹੀ ਫੰਡ ਕਰਦੀ ਆ। ਸਾਡੀ IT ਕੰਪਨੀ ਫੰਡ ਕਰਦੀ ਸਾਡੇ ਸੋਸ਼ਲ ਇਨੀਸ਼ੀਏਟਿਵਸ, ਜਿਹਦੇ ਵਿੱਚ ਸਾਡਾ ਇੱਕ ਬਹੁਤ ਹੀ ਫੇਮਸ ਕੈਂਪੇਨ ਜਿਹੜਾ ਵਾ ਉਹ ਚੱਲਦਾ ਵਾ, ਉਹ ਹੈਗਾ ਟੈਕ ਸਕੂਲ ਔਨ ਵੀਲਸ। ਸੋ ਮੈਂ ਪਿਛਲੇ 2-2.5 ਸਾਲ ਤੋਂ ਆਪਣੀ ਜਿਹੜੀ ਸਾਡੇ ਸਟਾਫ ਦੀ ਬੱਸ ਆ ਉਹਨੂੰ ਸਲਮ ਏਰੀਆ 'ਚ ਭੇਜ ਰਹੀ ਹਾਂ। ਉੱਥੇ ਅਸੀਂ ਕੰਪਿਊਟਰ ਐਜੂਕੇਸ਼ਨ ਦੇ ਰਹੇ ਬੱਚਿਆਂ ਨੂੰ। ਉਹਦੇ ਵਿੱਚੋਂ ਬੱਚੇ ਅਸੀਂ ਫਿਰ ਫਿਲਟਰ ਕਰਕੇ ਉਹਨਾਂ ਨੂੰ ਅਸੀਂ ਕਿਰਾਇਆ ਦਿੰਦੇ ਹਾਂ, ਉਹ ਸਾਡੇ ਕੋਲ ਫੁੱਲ ਟਾਈਮ ਇੱਥੇ ਸਿੱਖਣ ਆਉਂਦੇ ਨੇ। ਸੋ ਆਉਣ ਵਾਲੇ ਸਮੇਂ ਦੇ ਵਿੱਚ 2 to 3 ਇਅਰਸ 'ਚ ਤੁਸੀਂ ਦੇਖੋਗੇ ਕਿ ਅਸੀਂ ਇੰਜੀਨੀਅਰਸ ਫਰੋਮ ਦਾ ਸਲਮ ਪੈਦਾ ਕਰਨੇ ਆ। ਕਿ ਅਸੀਂ ਜਿਹੜੇ ਬੱਚੇ ਝੁੱਗੀ ਝੌਂਪੜੀ 'ਚ ਰਹਿੰਦੇ, ਜਿੱਥੇ ਲਾਈਟ ਵੀ ਨਹੀਂ ਆਉਂਦੀ, ਜਿੱਥੇ ਹਮੇਸ਼ਾ ਪਾਣੀ ਭਰਿਆ ਰਹਿੰਦਾ, ਪਰ ਉਹ ਬੱਚਿਆਂ ਨੇ ਔਖੇ ਸੌਖੇ ਹੋ ਕੇ 10th ਕੀਤੀ, 12th ਕੀਤੀ, ਬੜੇ ਟਫ এনवायरमेंट 'ਚ ਜਿਹੜੇ ਆ ਉਹ ਰਹੇ ਆ ਤੇ ਫਿਰ ਵੀ ਉਹਨਾਂ ਨੂੰ ਚੂਜ਼ ਕਰਕੇ ਉਹਦੇ ਵਿੱਚੋਂ ਦੈਨ ਉਹਨਾਂ 'ਤੇ ਵਿਸ਼ਵਾਸ ਕਰਦੇ ਹੋਏ, ਉਹਨਾਂ 'ਤੇ ਮਿਹਨਤ ਕਰਦੇ ਹੋਏ ਅਸੀਂ ਉਹਨਾਂ ਨੂੰ 1-1.5 ਸਾਲ ਜਿਹੜਾ ਵਾ ਉਹ ਕੰਪਿਊਟਰ ਕੋਰਸਿਸ, ਗ੍ਰਾਫਿਕ ਡਿਜ਼ਾਈਨਿੰਗ ਸਿਖਾ ਚੁੱਕੇ ਹਾਂ। ਆਉਣ ਵਾਲੇ 1-2 ਸਾਲ 'ਚ ਤੁਸੀਂ ਦੇਖੋਗੇ ਕਿ ਉਹ ਵੀ ਬੜੀਆਂ ਅੱਛੀਆਂ ਉਦਾਹਰਨਾਂ ਬਣ ਕੇ ਨਿਕਲਣਗੀਆਂ। ਸੋ ਟੈਕ ਸਕੂਲ ਔਨ ਵੀਲਸ ਦੇ ਵਿੱਚ ਸਾਡਾ ਜਿਹੜਾ ਸਕੂਲ ਆ ਵਿਦ ਕੰਪਿਊਟਰਸ ਵਿਦ ਟੀਚਰਸ ਜਿਹੜਾ ਵਾ ਉਹ ਸਲਮ ਏਰੀਆ ਵਿਜ਼ਿਟ ਕਰਦਾ ਤੇ ਉੱਥੇ ਬੱਚਿਆਂ ਤੇ ਜਿਹੜੀ ਆ ਉਹ ਮਿਹਨਤ ਕਰਦਾ, ਜਿਹੜਾ ਕਿ ਇੱਕ ਬਹੁਤ ਵੱਡਾ ਤੇ ਬਹੁਤ ਵਧੀਆ ਪ੍ਰੋਜੈਕਟ ਜਿਹੜਾ ਬਣ ਰਿਹਾ। ਸੈਕਿੰਡ, ਅਸੀਂ ਸ਼ੂ ਗਿਵਿੰਗ ਤੇ ਬਹੁਤ ਫੋਕਸ ਕਰਦੇ ਹਾਂ। ਲਗਾਤਾਰ ਹੀ ਹਰ ਮਹੀਨੇ ਅਸੀਂ ਗਵਰਨਮੈਂਟ ਸਕੂਲਸ ਦੇ ਵਿੱਚ ਜਾਂ ਸਲਮ ਏਰੀਆਜ਼ ਦੇ ਵਿੱਚ ਜਾਂ ਜਿੱਥੇ ਵੀ ਨੀਡ ਆ ਆਪਣੇ ਸ਼ੂਜ਼ ਜਿਹੜੇ ਉਹ ਡਿਸਟਰੀਬਿਊਟ ਕਰ ਰਹੇ ਹਾਂ।
ਸੋ ਕਰੰਟਲੀ ਅਸੀਂ ਜਿਹੜੇ ਸ਼ੂ ਡਿਸਟ੍ਰੀਬਿਊਸ਼ਨ ਹੈ ਉਹ 100% ਸਾਡੀ ਸੈਲਫ ਫੰਡਡ ਜਿਹੜੀ ਆ ਕੈਂਪੇਨ ਚੱਲ ਰਹੀ ਆ। ਆਲਮੋਸਟ 20,000 ਦੇ ਕਰੀਬ ਸ਼ੂਜ਼ ਜਿਹੜੇ ਆ ਹੁਣ ਤੱਕ ਅਸੀਂ 400 ਪਲੱਸ ਕੈਂਪੇਨਸ 'ਚ ਜਿਹੜੇ ਉਹ ਦੇ ਚੁੱਕੇ ਆ। ਉਸ ਤੋਂ ਇਲਾਵਾ ਬਹੁਤ ਸਾਰੇ ਸਾਡੇ ਛੋਟੇ ਛੋਟੇ ਇਨੀਸ਼ੀਏਟਿਵਸ ਅਲੱਗ-ਅਲੱਗ ਜਿੱਦਾਂ ਹੁਣ ਕਰੰਟਲੀ ਜਦੋਂ ਹੜ੍ਹ ਆਏ ਤੇ ਉਦੋਂ ਵੀ ਅਸੀਂ ਜੋ ਵੀ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਅਸੀਂ ਕਰ ਸਕੇ, ਸਾਡੇ ਸਟਾਫ ਨੇ ਵੀ ਕਲੈਕਸ਼ਨ ਕੀਤੀ। ਸੋ ਪਹਿਲਾਂ ਮੈਨੂੰ ਲੱਗਦਾ ਸੀ ਕਿ ਵਿਦ ਇਕੱਲੇ ਕਰਨਾ ਜਾਂ ਇੰਡੀਵਿਜੂਅਲਸ ਨਾਲ ਕਰਨਾ ਫਿਰ ਵੀ ਟਫ ਆ, ਬਟ ਜਦੋਂ ਅਸੀਂ ਇੱਕ ਕੰਪਨੀ ਜਾਂ ਆਪਣੇ ਸਟਾਫ ਨਾਲ ਮਿਲ ਕੇ ਕੁਝ ਕੋਸ਼ਿਸ਼ ਕਰਦੇ ਹਾਂ ਕਿ ਭਲੇ ਦਾ ਕੰਮ ਕਰੀਏ ਤੇ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕ ਵੋਲੰਟੀਅਰ ਹੀ ਕਰ ਲੈਂਦੇ ਆ, ਜ਼ਰੂਰੀ ਨਹੀਂ ਕਿ ਫਾਈਨੈਂਸ਼ੀਅਲੀ ਬਹੁਤ ਜ਼ਿਆਦਾ ਸਪੋਰਟ ਦੀ ਲੋੜ ਆ। ਸੋ ਓਵਰਆਲ ਅਸੀਂ ਇੱਕ CSR ਵਿੰਗ ਬਣਾਇਆ ਹੋਇਆ ਜਿਹਦੇ ਵਿੱਚ ਸਾਡਾ ਸਟਾਫ ਵੀ ਲਗਾਤਾਰ ਪਾਰਟਿਸਿਪੇਟ ਕਰਦਾ ਹੈ ਤੇ ਸ਼ਾਇਦ ਉਹੀ ਸਾਡੀ ਕੰਪਨੀ ਦੀ ਇੱਕ ਮੋਟੀਵੇਸ਼ਨ ਬਣਿਆ ਹੋਇਆ ਕਿ ਅਸੀਂ ਇੱਕ ਐਸੀ ਕੰਪਨੀ ਬਣਨਾ ਜਿਹੜੀ ਕਿ ਲੋਕਾਂ ਦੀ ਮਦਦ ਵੀ ਕਰੇ ਜਦੋਂ ਹੋਰ ਪ੍ਰੋਫਿਟੇਬਲ ਹੋ ਜੇ। ਤੇ ਅਸੀਂ ਅਰਨ ਕਿਉਂ ਕਰਨਾ, ਅਸੀਂ ਚਲਾਣੀ ਕਿਉਂ, ਅਸੀਂ ਵੱਡੀ ਕਿਉਂ ਕਰਨੀ ਕੰਪਨੀ, ਉਹਦਾ ਕਾਰਨ ਹੀ ਹੈ ਕਿ ਅਸੀਂ ਹੋਰ ਟੈਕ ਸਕੂਲ ਔਨ ਵੀਲਸ ਸਟਾਰਟ ਕਰਨਾ ਚਾਹੁੰਦੇ ਹਾਂ, ਅਸੀਂ ਹੋਰ ਵੀ ਜ਼ਿਆਦਾ ਸ਼ੋ ਗਿਵਿੰਗ ਕਰਨਾ ਚਾਹੁੰਦੇ ਹਾਂ, ਅਸੀਂ ਕੰਪਿਊਟਰ ਐਜੂਕੇਸ਼ਨ ਨੂੰ ਜਿਹੜਾ ਵਾ ਆਪਣੀ ਕੰਟਰੀ 'ਚ ਪ੍ਰਮੋਟ ਕਰਨਾ ਚਾਹੁੰਦੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਸੁਪਨੇ ਨੇ ਜੋ ਤੁਸੀਂ ਪੂਰੇ ਕਰਨੇ ਨੇ? ਹਾਂਜੀ ਸੋ ਮੇਰਾ ਸੁਪਨਾ ਜਿਹੜਾ ਆਲਰੇਡੀ ਕੰਪਲੀਟ ਹੋ ਚੁੱਕਾ ਹੈ, ਠੀਕ ਹੈ। ਸੋ ਮੇਰਾ ਸੁਪਨਾ ਜਿੰਨਾ ਹੈਗਾ ਸੀ ਉਹ ਮੈਨੂੰ ਬਸ ਆਪਣਾ ਸੁਪਨੇ ਨੂੰ ਕਾਪੀ ਕਰਨਾ ਤੇ ਵੱਡਾ ਕਰਨਾ। ਸੋ ਹੁਣ ਤੱਕ ਮੇਰੀਆਂ ਜਿਹੜੀਆਂ ਜੋ ਮੈਂ ਕਰਨਾ ਚਾਹੁੰਦੀ ਸੀ, ਇੱਕ ਸਕਸੈਸਫੁਲ ਬਿਜ਼ਨਸ ਮਾਡਲ ਖੜਾ ਕਰਤਾ ਆਪਾਂ ਟਾਂਗਰਾ ਦੇ ਵਿੱਚ। ਸੋ ਨਾਓ ਆਈ ਹੈਵ ਟੂ ਰਿਪੀਟ ਦਿਸ ਮਾਡਲ ਟੂ ਡਿਫਰੈਂਟ ਡਿਸਟ੍ਰਿਕਟਸ ਆਫ ਪੰਜਾਬ ਜਾਂ ਡਿਫਰੈਂਟ ਡਿਸਟ੍ਰਿਕਟਸ ਆਫ ਦਾ ਕੰਟਰੀ। ਮੈਮ ਬਹੁਤ ਸਾਰੇ ਯੰਗਸਟਰਸ ਨੇ, ਬਹੁਤ ਸਾਰੀਆਂ ਕੁੜੀਆਂ ਨੇ ਜੋ ਤੁਹਾਨੂੰ ਫੋਲੋ ਕਰਦੀਆਂ ਨੇ, ਜਿਨ੍ਹਾਂ 'ਤੇ ਤੁਸੀਂ ਆਈਡਲ ਬਣ ਗਏ ਹੋ। ਮੈਮ ਉਹਨਾਂ ਨੂੰ ਲਾਸਟ ਵਿੱਚ ਤੁਸੀਂ ਕੋਈ ਮੈਸੇਜ ਦੇਣਾ ਚਾਹੋਗੇ? ਹਾਂਜੀ, ਸੋ ਮੇਰਾ ਇਹੀ ਮੈਸੇਜ ਹੈ ਕਿ ਐਜੂਕੇਸ਼ਨ ਸ਼ੁੱਡ ਬੀ ਦ ਫਰਸਟ ਪ੍ਰਾਇੋਰਿਟੀ, ਠੀਕ ਹੈ। ਸੋ ਹਰ ਗਰਲ ਲਈ ਐਜੂਕੇਸ਼ਨ ਕੰਪਲੀਟ ਕਰਨਾ ਬਹੁਤ ਜ਼ਰੂਰੀ ਆ। ਦੋ ਚੀਜ਼ਾਂ ਕਿ ਜਦੋਂ ਕੋਈ ਕਹਿੰਦਾ ਹੈ ਕਿ ਪੜ੍ਹਾਈ ਤੁਹਾਡੇ ਕੰਮ ਨਹੀਂ ਆਣੀ, ਪ੍ਰੈਕਟੀਕਲ ਦੁਨੀਆ ਜਿਹੜੀ ਕੰਮ ਆਉਂਦੀ ਹੈ, ਸੋ ਉਸ ਸੋਚ ਤੋਂ ਬਾਹਰ ਨਿਕਲਣ ਦੀ ਸਾਨੂੰ ਜ਼ਰੂਰਤ ਆ। ਕਈ ਲੋਕ ਕਹਿੰਦੇ ਆ ਕਿ ਗੈਪ ਇਜ਼ ਓਕੇ, +2 ਤੋਂ ਬਾਅਦ 2-3 ਸਾਲ ਜੋ ਮਰਜ਼ੀ ਕਰ ਲਿਆ ਤੇ ਚਲੋ ਫੇਰ ਪੜ੍ਹ ਲਓ, ਦੁਬਾਰਾ ਕਦੀ ਨਹੀਂ ਪੜ੍ਹਿਆ ਜਾਂਦਾ, ਠੀਕ ਹੈ। ਸੋ ਸਾਡੇ ਇੰਡੀਆ ਦਾ ਕਲਚਰ ਬਹੁਤ ਅੱਛਾ ਬਣਿਆ ਹੋਇਆ ਕਿ ਜਿੱਥੇ ਅਸੀਂ ਇੱਕ ਮੁਕੰਮਲ ਐਜੂਕੇਸ਼ਨ ਕਰਨ ਤੋਂ ਬਾਅਦ ਲਾਈਫ ਦੇ ਵਿੱਚ ਕੁਝ ਕਰਦੇ ਹਾਂ। ਸਾਡਾ ਸਮਾਂ ਤੇ ਚੱਲ ਜਾਂਦਾ ਹੈ, ਪਰ ਉਹ ਮੈਚਿਓਰਿਟੀ ਦੇ ਵਿੱਚ ਜੌਬ ਕਰਨਾ ਜਾਂ ਮੈਚਿਓਰਿਟੀ ਦੇ ਵਿੱਚ ਬਿਜ਼ਨਸ ਕਰਨਾ ਮੈਨੂੰ ਲੱਗਦਾ ਕਿ ਹੋਰ ਵੀ ਵਧੀਆ। ਸੋ ਜਿਹੜੀ ਪੜ੍ਹਾਈ ਹੈ ਉਹ ਹਮੇਸ਼ਾ ਕੰਮ ਆਉਂਦੀ ਹੈ ਤੇ ਪੜ੍ਹਾਈ ਤੋਂ ਉੱਪਰ ਕੋਈ ਸੋਸ਼ਲ ਸਰਵਿਸ ਨਹੀਂ ਹੈਗੀ। ਇਸ ਤੋਂ ਸਸਤਾ ਰਾਹ ਕੋਈ ਨਹੀਂ ਹੈਗਾ ਕਿ ਤੁਸੀਂ ਦੁਨੀਆ 'ਚ ਕੋਈ ਮੁਕਾਮ ਹਾਸਿਲ ਕਰ ਸਕਦੇ ਹੋ। ਸੋ ਪੜ੍ਹਾਈ ਹੋ ਗਈ ਜਾਂ ਤੁਹਾਡਾ ਕੋਈ ਵੀ ਟੈਲੈਂਟ ਆ, ਸਿੰਗਿੰਗ ਟੈਲੈਂਟ ਆ, ਐਕਟਿੰਗ ਟੈਲੈਂਟ ਆ, ਜਾਂ ਜਿਸ ਚੀਜ਼ ਦਾ ਤੁਹਾਡਾ ਸ਼ੌਂਕ ਆ ਉਸ ਟਾਈਮ ਉਹੀ ਤੁਹਾਡੀ ਪੜ੍ਹਾਈ ਆ, ਠੀਕ ਆ। ਪਰ ਉਹਦੇ ਵਿੱਚ ਸਿਖਰ ਹੋਣਾ ਬਹੁਤ ਜ਼ਰੂਰੀ ਆ। ਤੁਸੀਂ ਭਾਵੇਂ MA ਪੰਜਾਬੀ ਕਰ ਲਓ ਪਰ 100 'ਚੋਂ 100 ਨੰਬਰ ਚਾਹੀਦੇ ਆ, ਭਾਵੇਂ MA ਇੰਗਲਿਸ਼ ਕਰ ਲਓ ਤਾਂ ਵੀ 100 'ਚੋਂ 100 ਚਾਹੀਦੇ। ਮਤਲਬ ਕਿ ਯੂ ਹੈਵ ਟੂ ਬੀ ਅ ਟੋਪਰ ਆਫ ਯੋਰ ਫੀਲਡ। ਭਾਵੇਂ ਤੁਸੀਂ ਸੌਖਾ ਸਬਜੈਕਟ ਚੂਜ਼ ਕਰ ਲਓ, ਭਾਵੇਂ ਤੁਸੀਂ ਮੈਥਸ ਜੋ ਔਖਾ ਚੂਜ਼ ਕਰ ਲਓ, ਇਹ ਤੁਹਾਡੀ ਮਰਜ਼ੀ ਹੈ। ਸੋ girls should focus on educating themselves and simplicity ਨੂੰ ਅਪਣਾਓ। ਲੋਕ ਤੁਹਾਡੀ ਸੂਰਤ ਕਰਕੇ ਨਾ ਤੁਹਾਨੂੰ ਜਾਣਨ, ਤੁਹਾਡੀ ਸੀਰਤ ਕਰਕੇ ਜਿਹੜਾ ਉਹ ਜਾਣਨ। ਤੇ ਜਦੋਂ ਵੀ ਤੁਸੀਂ ਬੋਲੋ ਤੇ ਲੋਕ ਤੁਹਾਡੇ ਬੋਲਾਂ ਨੂੰ ਸੁਣਨ, ਨਾ ਕਿ ਤੁਹਾਡੇ ਕੱਪੜਿਆਂ ਤੋਂ ਇੰਪ੍ਰੈਸ ਹੋਣ ਤੇ ਜਾਂ ਤੁਹਾਡੀ ਜੁਐਲਰੀ ਤੋਂ ਇੰਪ੍ਰੈਸ ਹੋਣ, ਕਿਉਂਕਿ these things are very temporary, ਠੀਕ ਹੈ। ਸੋ ਲਾਸਟ ਵਿੱਚ ਇਹ ਵੀ ਕਹਿਣਾ ਚਾਹੁੰਦੀ ਕਿ ਮੁੰਡਿਆਂ ਵਾਂਗੂ ਰਹੋ, ਮੁੰਡਿਆਂ ਵਾਂਗੂ ਆਪਣੀ ਸੋਚ ਰੱਖੋ ਕਿ ਮੈਂ ਵੀ ਇੱਕ ਆਪਣੇ ਫਾਦਰ ਦਾ ਬੇਟਾ ਬਣ ਸਕਦੀ ਹਾਂ। ਜਿਵੇਂ ਇੱਕ ਬੇਟਾ ਆਪਣੇ ਫਾਦਰ ਨੂੰ ਘਰ ਬਣਾ ਕੇ ਦੇ ਸਕਦਾ ਵਾ ਤੇ ਤੁਸੀਂ ਵੀ ਜਿਹੜਾ ਵਾ ਬਣਾ ਕੇ ਦੇ ਸਕਦੇ ਹੋ। ਜੇ ਬੇਟਾ ਪਾਪਾ ਨੂੰ ਕਾਰ ਲੈ ਕੇ ਦੇ ਸਕਦਾ ਤੇ ਤੁਸੀਂ ਵੀ ਲੈ ਕੇ ਦੇ ਸਕਦੇ ਹੋ। ਤੇ ਜ਼ਰੂਰੀ ਨਹੀਂ ਕਿ ਹਸਬੈਂਡ ਨੇ ਤੁਹਾਨੂੰ ਸਪੋਰਟ ਕਰਨਾ, ਤੁਸੀਂ ਉਹਨੂੰ ਵੀ ਸਪੋਰਟ ਕਰ ਸਕਦੇ ਹੋ। ਸੋ ਐਸੇ ਬਣੋ ਤੁਸੀਂ ਕਿ ਤੁਸੀਂ ਜ਼ਿੰਮੇਵਾਰ ਵੂਮਨ ਜਿਹੜੀ ਬਣੋ, ਅਰਨਿੰਗ ਵੂਮਨ ਬਣੋ ਤੇ ਦੂਸਰਿਆਂ ਨੂੰ ਹੈਲਪ ਕਰਨ ਵਾਲੀ ਵੂਮਨ ਬਣੋ। ਇੱਦਾਂ ਦੀ ਵੂਮਨ ਨਾ ਬਣੋ ਕਿ ਜਿਹੜੀ ਡਿਪੈਂਡ ਆ ਕਿਸੇ ਤੇ। ਸੋ ਸਾਨੂੰ ਉਸ ਚੀਜ਼ 'ਤੇ ਇੰਪਰੂਵਮੈਂਟ ਲੈ ਕੇ ਆਉਣ ਦੀ ਬਹੁਤ ਜ਼ਰੂਰਤ ਆ। ਆਪਣੀ ਡਿਗਨਿਟੀ ਨੂੰ ਕਾਇਮ ਰੱਖੋ, ਆਪਣੀ ਸੈਲਫ ਰਿਸਪੈਕਟ ਨੂੰ ਕਾਇਮ ਰੱਖੋ। ਛੋਟੀਆਂ ਚੀਜ਼ਾਂ ਲਈ ਲੋਕਾਂ ਦੇ ਅਧੀਨ ਹੋਣ ਦੀ ਲੋੜ ਨਹੀਂ ਹੈ, ਕਿਉਂਕਿ ਲੋਕਾਂ ਨੇ ਤੁਹਾਨੂੰ ਅਧੀਨ ਵੀ ਕਰ ਲੈਣਾ ਤੇ ਜਿਹੜਾ ਉਹਨਾਂ ਨੇ ਤੁਹਾਡੇ ਤੇ ਅਹਿਸਾਨ ਕੀਤਾ ਉਹ ਵੀ ਵਾਪਸ ਉਹਨਾਂ ਨੇ ਲੈ ਲੈਣਾ। ਸੋ ਇਟਸ ਲਾਈਕ ਕਿ ਤੁਹਾਨੂੰ ਜਿਹੜਾ ਵਾ ਇੱਕ ਗ੍ਰੇਸਫੁਲ ਤੇ ਇੱਕ ਨੀਟ ਐਂਡ ਕਲੀਨ ਅੱਛੀ ਜ਼ਿੰਦਗੀ ਵੱਲ ਬਣਾਉਣਾ ਤੁਹਾਡਾ ਜਿਹੜਾ ਏਮ ਹੋਣਾ ਚਾਹੀਦਾ ਹੈ, ਨਾ ਕਿ ਇੱਕ
ਡਿਪੈਂਡ ਹੋਣ ਵਾਲੀ ਜ਼ਿੰਦਗੀ ਅਸੀਂ ਬਣਾ ਲਈਏ ਕਿ ਸਾਰੀ ਉਮਰ ਡਿਪੈਂਡ ਹੋ ਕੇ ਜਿਹੜੀ ਆ ਆਪਾਂ ਜ਼ਿੰਦਗੀ ਜਿਹੜੀ ਆ ਉਹ ਕੱਟੀ। ਸੋ ਹੁਣ ਬਹੁਤ ਬਦਲਾਅ ਆ ਰਿਹਾ ਹੈ, ਬਹੁਤ ਸਾਰੇ ਪੇਰੈਂਟਸ ਆ ਆਪਣੇ ਬੱਚਿਆਂ ਤੇ ਜਿਹੜੀ ਮਿਹਨਤ ਕਰ ਰਹੇ ਨੇ ਤੇ ਮਿਹਨਤ ਕਰਦੇ ਰਹੋ ਉਹਨਾਂ ਤੇ। ਬਹੁਤ ਬਹੁਤ ਸ਼ੁਕਰੀਆ ਮੈਮ, ਤੁਹਾਡੇ ਸਟਰਗਲ ਬਾਰੇ, ਤੁਹਾਡੇ ਬਿਜ਼ਨਸ ਬਾਰੇ ਜਾਣ ਕੇ ਬਹੁਤ ਵਧੀਆ ਲੱਗਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਸ਼ੋਅ ਜ਼ਿੰਦਗੀ ਦੇ ਅਨਪੜ੍ਹੇ ਪੰਨੇ 'ਚ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸੋ ਇਹ ਸੀ ਮਨਦੀਪ ਕੌਰ ਟਾਂਗਰਾ ਜਿਨ੍ਹਾਂ ਦੇ ਜ਼ਿੰਦਗੀ ਦੇ ਅਨਪੜ੍ਹੇ ਪੰਨਿਆਂ ਨੂੰ ਅਸੀਂ ਪੜ੍ਹਿਆ। ਹੁਣ ਮੈਨੂੰ ਦਿਓ ਇਜਾਜ਼ਤ, ਮੈਂ ਜਲਦੀ ਹੀ ਹਾਜ਼ਰ ਹੋਵਾਂਗੀ ਇੱਕ ਨਵੀਂ ਸ਼ਖਸੀਅਤ ਦੇ ਜ਼ਿੰਦਗੀ ਦੇ ਅਨਪੜ੍ਹੇ ਪੰਨੇ ਲੈ ਕੇ। ਤਦ ਤੱਕ ਦੇਖਦੇ ਰਹੋ ਪੰਜਾਬੀ ਆਰਟ ਐਂਟਰਟੇਨਮੈਂਟ ਦੀ ਫੈਕਟਰੀ। ਸਤਿ ਸ਼੍ਰੀ ਅਕਾਲ।